ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। रुखसत। टेलीफोन खड़किया। मैं नौकर वाली आवाज़ बना के पूछा, हेलो, आपको कौन मांगता है जी? अनिच्छत व्यक्ति होया तां साहब घर पर नहीं, कह दियांगा। मैं ज्ञानी गुरदित सिंह बोल रहा हूँ, सानी साहब हैं? मैं सटपटा गया। आखिर कुछ तो कहना सी। हेलो ज्ञानी जी, तुसी कदों तशरीफ ले आए? मैं अज ही आया बलराज जी। दसो फिर कदों ते किवें मिलिए? ज्ञानी जी, मैनू बड़ा अफसोस है, पर कल सवेरे 6 वजे मैं रूस रवाना हो रहा। हुण दसो की करिए? कम्मां दी परमार है अगे पिछे। मायूसी नाल ज्ञानी जी दी आवाज़ दुब जही गई थोड़ी देर लई। मेरी भी निराशता कोई घट नहीं सी। मैं उन्हां नूं एक श्रोमणी ਸਾਹਿਤਕਾਰ रूप सन्मानदा हां। अंत बेनती कीती, घंटे कु पिछों टैक्सी फड़ के मेरे घर चले आन। स्टूडियो तो परतिया थोड़ी देर ही हुई सी अते आउंदियां सार माता जी ने आख्या सी, बेटा तुहाडे आन तोड़ी हुण असीं नवे घर जा तां ना सकदे, पर तुसी ते तोशी थोड़ा जिहा वक्त कढ के उत्थे पैर जरूर तारा ना। उंज तां दिवाली कल है, पर लोग 3 दिन मनाते हैं। बड़ी चंगी गल हो सी। मैं काहला जिहा पै के जवाब दिता, इन्हां गल्लां विच की पिया होया है माता जी? जदों मुड़ के आवांगा अपनी सहूलत नाल जदों ठीक समझिया नवे घर प्रवेश कर लवांगा, अते जिस रीत तुसी आखोगे। इस वेले वेल कित्थे है मेरे कोल? जिक्कण तुहाडी मर्जी, कह के माता जी चुप हो गए, पर चेहरे ते अजुर्दगी साफ दिखाई दे रही सी। मैं अवज्ञा दरअसल अपनी पत्नी नूं ओट देण लई कीती सी। ਉਹ ਸੁਸਿਕਸ਼ਤ ਅਤੇ ਨਵੇਂ ਵਿਚਾਰਾਂ ਵਾਲੀ ਹੈ, ਪਤਾ ਨਹੀਂ ਮੰਨੇ ਕਿ ਨਾ। ਉਸ ਉੱਪਰ ਉਂਝ ਵੀ ਮੈਂ ਕਿਤਨੇ ਭਾਰ ਪਾ ਕੇ ਜਾ ਰਿਹਾ ਸਾਂ। ਨਵੇਂ ਮਕਾਨ ਦੀਆਂ ਅਣਗਿਣਤ ਖੇਚਲਾਂ, ਫਰਨੀਚਰ ਬਣ ਰਿਹਾ ਹੈ, ਇਮਾਰਤੀ ਰਾਜ ਮਜ਼ਦੂਰ ਵੀ ਅਜੇ ਲੱਥੇ ਨਹੀਂ। ਇਸ ਘਰੋਂ ਅੱਧਾ ਸਮਾਨ ਉੱਧਰ ਸ਼ਿਫਟ ਕੀਤਾ ਜਾ ਰੁਕਿਆ ਸੀ, ਕਿਉਂਕਿ ਦੀਵਾਲੀ ਵਾਲੇ ਦਿਨ ਸ਼ਿਫਟ ਕਰ ਜਾਣ ਦਾ ਪੱਕਾ ਪ੍ਰੋਗਰਾਮ ਸੀ, ਪਰ ਐਨ ਵੇਲੇ ਤੇ ਸਾਰਾ ਪ੍ਰੋਗਰਾਮ ਦਰਹਮ ਬਰਹਮ ਹੋ ਗਿਆ। ਯਖਲਖਤ 2 ਘਰਾਂ ਦੀ ਦੇਖਭਾਲ ਉਸ ਵਿਚਾਰੀ ਤੇ ਸਿਰ ਤੇ ਆ ਪਈ। ਉੱਕਾ ਚਾਅ ਨਹੀਂ ਸੀ ਮੈਨੂੰ ਇਸ ਵਾਰੀ ਰੂਸ ਜਾਣ ਦਾ। 3 ਵਾਰੀ ਪਹਿਲਾਂ ਵੀ ਤਾਂ ਜਾ ਚੁੱਕਿਆ ਸਾਂ। ਕੀ ਨਵੀਨਤਾ ਰਹਿ ਗਈ ਸੀ ਉੱਥੇ ਮੇਰੇ ਲਈ? ਇਤਨਾ ਸਾਰਾ ਕੰਮ ਅੱਧ ਵਿਚਾਲੇ ਛੱਡ ਕੇ ਜਾਣਾ ਪਏਗਾ। ਵਾਪਸ ਆ ਕੇ ਦੂਣੀ ਮਿਹਨਤ। ਦਸੰਬਰ ਸ਼ੁਰੂ ਵਿੱਚ ਮੇਰੀ ਨਿੱਕੀ ਲੜਕੀ ਸਨਾਵਰ ਸਕੂਲ ਤੋਂ ਲੰਮੀਆਂ ਛੁੱਟੀਆਂ ਤੇ ਘਰ ਆਏਗੀ ਅਤੇ ਮੈਨੂੰ ਮਾਸਕੋ ਤੋਂ ਮੁੜਦਿਆਂ ਸਾਰ ਕਲਕੱਤੇ ਦੀ ਤਿਆਰੀ ਕਰਨੀ ਪੈ ਜਾਏਗੀ। ਬਾਰ ਇਸਕਸ ਹਿੰਦ ਸੋਵੀਅਤ ਕਲਚਰਲ ਸੁਸਾਇਟੀ ਦੇ ਦਫ਼ਤਰ ਜਾ ਕੇ ਦੀਦੀ ਸਮ੍ਰਿਤੀ ਦਿਲਸ਼ਾਦ ਚਾਰੀ ਜਨਰਲ ਸਕੱਤਰ ਅੱਗੇ ਆਪਣੀਆਂ ਮਜਬੂਰੀਆਂ ਦਸੀਆਂ, ਪਰ ਉਹ ਬੜੇ ਧੀਰਜ ਨਾਲ ਹਰ ਮੁਸ਼ਕਲ ਦਾ ਹੱਲ ਸੁਝਾ ਦਿੰਦੀ। ਇੱਥੋਂ ਤੱਕ ਕਿ ਇੱਕ ਦਿਨ ਘਰ ਆ ਕੇ ਤੋਸ਼ ਨੂੰ ਵੀ ਉਸਨੇ ਸਮਰਥਕ ਬਣਾ ਲਿਆ। ਅਖੀਰ ਮੈਨੂੰ ਵੀ ਉਜ਼ਰਬਾਜੀ ਕਰਦਿਆਂ ਕੁਝ ਸ਼ਰਮ ਜਿਹੀ ਆਉਣ ਲੱਗ ਪਈ ਸੀ। ਇਸਕਾ ਸਵਰਗਵਾਸੀ ਡਾਕਟਰ ਬਾਲੀਗਾ ਦੇ ਹੱਥ ਦਾ ਲਾਇਆ ਬੂਟਾ ਹੈ। ਉਹਨਾਂ ਕੇਵਲ ਮੇਰਾ ਪਰਮ ਮਿੱਤਰ ਹੀ ਸੀ, ਬਲਕਿ ਇੱਕ ਐਸੀ ਅਜ਼ੀਮ ਸ਼ਖਸੀਅਤ ਜਿਸ ਲਈ ਮੇਰੇ ਦਿਲ ਵਿੱਚ ਅਸੀਮ ਸ਼ਰਧਾ ਤੇ ਸਨਮਾਨ ਸੀ, ਅਤੇ ਕੇਵਲ ਮੇਰੇ ਦਿਲ ਵਿੱਚ ਨਹੀਂ, ਲੱਖਾਂ ਹੋਰ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਵੀ, ਜੋ ਕਿਸੇ ਪ੍ਰਕਾਰ ਵੀ ਕਦੇ ਉਸ ਦੇ ਸੰਪਰਕ ਵਿੱਚ ਆਏ ਸਨ। ਪੰਡਤ ਨਹਿਰੂ ਦਾ ਆਸ਼ਕ, ਉਸਦੇ ਇੱਕ ਇਸ਼ਾਰੇ ਉੱਪਰ, ਇੱਕ ਵਿਚਾਰ ਅਤੇ ਆਦਰਸ਼ ਉੱਪਰ ਆਪਣਾ ਸਰਬੰਸ ਵਾਰਨ ਵਾਲਾ। ਸੰਸਾਰ ਦੇ 94 ਉੱਚ ਕੋਟੀ ਦੇ ਸਰਜਨਾਂ ਵਿੱਚ ਉਸਦੀ ਗਿਣਤੀ ਸੀ। ਨਿਤ ਦਿਨ ਦੇ 10-20 ਹਜ਼ਾਰ ਰੁਪਏ ਦੀ ਆਮਦਨੀ, ਜੋ ਸਾਰੀ ਦੀ ਸਾਰੀ ਦੇਸ਼ ਦੇ ਕੰਮਾਂ ਵਿੱਚ ਲਗਾ ਛੱਡਦਾ ਸੀ। ਚਾਹੁੰਦਾ ਤਾਂ ਕਰੋੜਾਂ ਦੀ ਜਾਇਦਾਦ ਖੜੀ ਕਰ ਲੈਂਦਾ, ਪਰ ਆਪਣੇ ਲਈ ਤਾਂ ਉਸਨੇ ਇੱਕ ਬੰਗਲਾ ਵੀ ਨਹੀਂ ਸੀ ਬਣਾਇਆ। ਉਮਰ ਦੇ ਆਖਰੀ ਦਿਨ ਤੱਕ ਇੱਕ ਫਲੈਟ ਦਾ ਕਿਰਾਏਦਾਰ ਹੀ ਬਣ ਕੇ ਰਿਹਾ। ਉਸ ਦੀ ਜਾਇਦਾਦ ਸਨ ਲਿੰਕ ਅਤੇ ਪੈਟਰੀਆਟ। ਉਹ ਸਮਾਜਵਾਦੀ ਸੰਪਰਦਾਇ ਧਾਰਾ ਦੇ ਅਸਰ ਤੋਂ ਆਜ਼ਾਦ, ਨਿਡਰ
ਅਗਾਂਹ ਵਧੂ ਤੇ ਲੋਕਵਾਦੀ ਅਖਬਾਰ ਜਿਨ੍ਹਾਂ ਨੂੰ ਨਹਿਰੂ ਦੇ ਖਾਸ਼ ਪੂਰੀ ਕਰਨ ਲਈ ਉਸਨੇ ਆਪਣੀ ਲੱਖਾਂ ਦੀ ਖੂਨ ਪਸੀਨੇ ਦੀ ਕਮਾਈ ਵਰ੍ਹਿਆਂ ਬੱਧੀ ਵੀਟ ਕੇ ਅਣਗਿਣਤ ਚਿੰਤਾਵਾਂ ਅਤੇ ਕਰੋੜਪਤੀਆਂ ਦੇ ਅਖਬਾਰਾਂ ਦੇ ਹਮਲੇ ਸਹਿ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਸੀ ਅਤੇ ਆਪਣੇ ਵਰਗੀ ਹੀ ਨਿਸ਼ਕਾਮ ਦੇਸ਼ ਭਗਤ ਅਰੁਣਾ ਆਸਫ ਅਲੀ ਦੇ ਹਵਾਲੇ ਕਰ ਗਿਆ ਸੀ। ਉਸ ਦੀ ਜਾਇਦਾਦ ਸੀ ਉਸ ਦਾ ਹਸਪਤਾਲ ਜੋ ਗਰੀਬ ਦੀ ਮੁਫਤ ਸੇਵਾ ਲਈ ਵਕਫ ਹੈ। ਉਸ ਦੀ ਜਾਇਦਾਦ ਹੈ ਅਸੰਖ ਦਿਲਾਂ ਵਿੱਚ ਉਕਰੀ ਹੋਈ ਉਸ ਦੀ ਨੇਕੀ ਦੀ ਯਾਦ, ਉਹਨਾਂ ਲੋਕਾਂ ਦੀ ਅਸੀਸਾਂ ਜਿਨ੍ਹਾਂ ਨੂੰ ਉਸ ਆਪਣੇ ਨਸ਼ਤਰਾਂ ਨਾਲ ਮੌਤ ਦੇ ਮੂੰਹੋਂ ਕੱਢ ਕੇ ਜ਼ਿੰਦਗੀ ਦੀ ਦਾਤ ਬਖਸ਼ੀ ਸੀ। ਲੋਕ ਆਪਰੇਸ਼ਨ ਦੇ ਨਾਂ ਤੋਂ ਡਰ ਜਾਂਦੇ ਹਨ, ਪਰ ਸੁਣਨ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਮਰੀਜ਼ ਨੂੰ ਖਬਰ ਮਿਲਦੀ ਕਿ ਡਾਕਟਰ ਬਾਲੀਗਾ ਨੇ ਉਸ ਦਾ ਆਪਰੇਸ਼ਨ ਕਰਨਾ ਮਨਜ਼ੂਰ ਕਰ ਲਿਆ ਹੈ ਤਾਂ ਉਹ ਆਪਣੇ ਆਪਰੇਸ਼ਨ ਦੀ ਘੜੀ ਨੂੰ ਬੜੀ ਤਾਂਘ ਨਾਲ ਉਡੀਕਣ ਲੱਗ ਜਾਂਦਾ ਸੀ, ਕਿਉਂਕਿ ਉਸ ਵਿੱਚ ਉਸ ਨੂੰ ਸਫਾ ਦਾ ਮੋੜ ਯਕੀਨੀ ਤੌਰ 'ਤੇ ਪੈਣਾ ਸੀ। ਜੀਵਨ ਦਾ ਇੱਕ ਪਲ ਉਸਨੇ ਆਪਣੇ ਆਦਰਸ਼ਾਂ ਨੂੰ ਅਰਪਿਤ ਕੀਤਾ ਹੋਇਆ ਸੀ ਅਤੇ ਇਹਨਾਂ ਵਿੱਚੋਂ ਹੀ ਇੱਕ ਸੀ ਭਾਰਤ ਅਤੇ ਸੋਵੀਅਤ ਯੂਨੀਅਨ ਦੀ ਦੋਸਤੀ ਨੂੰ ਪਕੇਰਾ ਕਰਨਾ। ਜਦੋਂ ਵੀ ਬੰਬਈ ਵਿੱਚ ਰੂਸੀ ਪ੍ਰਾਹੁਣਿਆਂ ਦਾ ਆਗਮਨ ਹੁੰਦਾ, ਡਾਕਟਰ ਬਾਲੀਗਾ ਦੇ ਘਰ ਦੇ ਦਰਵਾਜ਼ੇ ਉਹਨਾਂ ਦੇ ਅਤਿਥੀ ਸਤਿਕਾਰ ਲਈ ਝੱਟ ਖੁੱਲ੍ਹ ਜਾਂਦੇ। ਕਿਤਨੀਆਂ ਹੀ ਅਜ਼ੀਮ ਹਸਤੀਆਂ ਨੂੰ ਮੈਂ ਇਹਨਾਂ ਪਿਆਰ ਸਮਾਗਮ ਵਿੱਚ ਮਿਲਿਆ ਸਾਂ। ਈਲੀਆ ਏਰਨਬਰਗ, ਪਡਾਇਵਿਕਿਨ, ਜਗਤ ਪ੍ਰਸਿੱਧ ਅਭਿਨੇਤਾ ਚਰਖਾਸਾਫ, ਚਮਤਕਾਰ ਅਜ਼ਰਬਾਈਜਾਨੀ ਗਾਇਕ ਰਸੀਦ ਬਾਬੂਤਾਫ। ਮੇਰਾ ਹਰ ਸਮੇਂ ਜੀ ਕਰਦਾ ਹੈ ਇਸਕਸ ਦੇ ਕੰਮਾਂ ਵਿੱਚ ਸਰਗਰਮੀ ਨਾਲ ਸਹਾਇਕ ਹੋਵਾਂ, ਪਰ ਫਿਲਮੀ ਜ਼ਿੰਦਗੀ ਦੀਆਂ ਬੇਤਰਬੀਆਂ ਅਤੇ ਸ਼ਹਿਰ ਤੋਂ 15 ਮੀਲ ਦੂਰ ਜੂਹੂ ਦੀ ਰਿਹਾਇਸ਼ ਹਮੇਸ਼ਾ ਰਾਹ ਵਿੱਚ ਰੁਕਾਵਟ ਬਣ ਖਲੋਂਦੀ ਹੈ। ਪਰ ਹੁਣ ਦੀਦੀ ਜੇ ਇਤਨਾ ਇਸਰਾਰ ਕਰ ਰਹੀ ਹੈ ਤਾਂ ਮੇਰੇ ਜਾਣ ਵਿੱਚ ਇਸਕਸ ਲਈ ਕੋਈ ਲਾਭ ਹੋਵੇਗਾ ਹੀ ਨਾ। ਆਪਣੀਆਂ ਵਿਅਕਤੀ ਮੁਸ਼ਕਲਾਂ ਵੱਲ ਵੇਖ ਕੇ ਇਨਕਾਰ ਕਰੀ ਜਾਣਾ, ਉਸ ਹਾਲਤ ਵਿੱਚ ਜਦ ਕਿ ਬਾਲੀਗਾ ਦੇ ਚਲਾਣਾ ਕਰ ਜਾਣ ਨਾਲ ਇਸਕਸ ਅਨਾਥਾਂ ਦੇ ਦੌਰ ਵਿੱਚ ਲੰਘ ਰਿਹਾ ਹੈ, ਮੈਨੂੰ ਕਿੱਥੋਂ ਤੱਕ ਸ਼ੋਭਾ ਦਿੰਦਾ ਹੈ। ਇਸੇ ਕਾਰਨ ਮੈਂ ਹਾਂ ਕਰ ਦਿੱਤੀ ਸੀ। ਪਰ ਹੁਣ ਜਦ ਜਾਣ ਦਾ ਵੇਲਾ ਸਿਰ 'ਤੇ ਆਇਆ, ਮੈਂ ਫਿਰ ਆਪਣੇ ਆਪ ਨੂੰ ਆਪਣੀ ਪਤਨੀ ਦੇ ਸਾਹਮਣੇ ਕਸੂਰਵਾਰ ਮਹਿਸੂਸ ਕਰਨ ਲੱਗ ਪਿਆ ਸਾਂ, ਜਿਵੇਂ ਕਰਤੱਵ ਪਾਲਣ ਦੀ ਥਾਂ ਕਰਤੱਵ ਪਲਾਇਨ ਕਰ ਰਿਹਾ ਹੋਵਾਂ। ਪਰ ਜਦੋਂ ਆਪਣੇ ਕਮਰੇ ਵਿੱਚ ਦਾਖਲ ਹੋਇਆ ਤਾਂ ਕੀ ਵੇਖਦਾ ਹਾਂ, ਨਵੇਂ ਘਰ ਜਾ ਕੇ ਦੀਵੇ ਬਾਲਣ ਦੀ ਪੂਰੀ ਤਿਆਰੀ ਕਰਕੇ ਬੈਠੀ ਤੋਸ਼ ਮੈਨੂੰ ਉਡੀਕ ਰਹੀ ਸੀ। ਨੌਕਰ ਭੇਜ ਕੇ ਉਹਨੇ ਝੱਟ ਸ਼ਬਨਮ ਅਤੇ ਉਸਦੀ ਸਹੇਲੀ ਮੀਨਾ ਨੂੰ ਵੀ ਨਾਲ ਦੇ ਘਰੋਂ ਬੁਲਾ ਲਿਆ। ਉਸੇ ਵੇਲੇ ਮੇਰੇ ਮਾਸੀ ਦਾ ਲੜਕਾ ਵੇਦ ਵੀ ਸ਼ਹਿਰੋਂ ਆ ਗਿਆ ਅਤੇ ਸ਼ਬਨਮ ਦਾ ਕਾਲਜ ਸਹਿਪਾਠੀ ਅਹਿਮਦ ਵੀ। ਨਵੇਂ ਘਰ ਜਾ ਕੇ ਵੱਡੇ ਦਰਵਾਜ਼ੇ 'ਤੇ ਬਿਜਲੀ ਦੇ ਰੰਗ ਬਿਰੰਗੇ ਲਾਟੂਆਂ ਦੀ ਤਾਰ ਬਣੀ ਗਈ, ਦਹਿਲੀਆਂ 'ਤੇ ਦੀਵੇ ਬਾਲੇ ਗਏ, ਫੁੱਲਝੜੀਆਂ ਅਤੇ ਅਨਾਰ ਚਲਾਏ ਗਏ, ਆਂਢ ਗਵਾਂਢ ਵਿੱਚ ਮਠਿਆਈਆਂ ਵੰਡੀ ਗਈ। ਗਰਜ ਜਿਸ ਗੱਲ ਨੂੰ ਮੇਰੇ ਅਨੁਸਾਰ ਤੋਸ਼ ਬੇਮਤਲਬ ਅਤੇ ਸਨਾਤਨ ਸਮਝਦੀ ਹੋਵੇਗੀ, ਉਹੀ ਉਹ ਇਤਨੇ ਚਾਅ ਅਤੇ ਲਗਨ ਨਾਲ ਨੇਪੜੇ ਚਾੜ ਰਹੀ ਸੀ ਕਿ ਮੈਂ ਮਨ ਵਿੱਚ ਕਹਿਣੋਂ ਨਾ ਰਹਿ ਸਕਿਆ, ਤੀਵੀਆਂ ਨੂੰ ਸਮਝਣਾ ਕਿਤਨਾ ਮੁਸ਼ਕਲ ਹੈ। ਵਾਪਸ ਆਏ ਤਾਂ ਗਿਆਨੀ ਜੀ ਮਾਤਾ ਜੀ ਕੋਲ ਬੈਠੇ ਵਾਰਤਾਲਾਪ ਕਰ ਰਹੇ ਸਨ। ਦੋਵੇਂ ਪੰਜਾਬੀ ਭਾਸ਼ਾ ਦੇ ਅਮੋਘ ਵਿਦਵਾਨ, ਮੇਰੇ ਗੁਰੂ। ਗਿਆਨੀ ਜੀ ਦੀ ਲਿਖੀ ਮੇਰਾ ਪਿੰਡ ਮਾਤਾ ਜੀ ਦੀ ਮਨਪਸੰਦ ਪੁਸਤਕ ਹੈ। ਉਹਨੂੰ ਪੜ੍ਹਦਿਆਂ ਮਲਵਈ ਗੀਤਾਂ ਦੇ ਮੁਕਾਬਲੇ ਮਾਤਾ ਜੀ ਆਪਣੇ ਪੋਠੋਹਾਰੀ ਤੇ ਲਹਿੰਦੇ ਦੇ ਲੋਕ ਗੀਤ ਛੋਹ ਲੈਂਦੇ ਹਨ। ਨਿੱਕਿਆਂ ਹੁੰਦਿਆਂ ਦੇ ਕਿੱਸੇ ਸੁਣਾਉਣ ਲੱਗ ਪੈਂਦੇ ਅਤੇ ਸਮਾਂ ਬੰਨ੍ਹ ਦਿੰਦੇ ਹਨ। ਗਿਆਨੀ ਜੀ ਵਾਂਗ ਮਾਤਾ ਜੀ ਦੇ ਦਰਬਾਰ ਵਿੱਚ ਵੀ ਸ਼ਬਦ ਚਾਕਰਾਂ ਵਾਂਗ ਸੇਵਾ ਲਈ ਹਰ ਸਮੇਂ ਤਿਆਰ ਬਰ-ਤਿਆਰ ਖੜ੍ਹੇ ਰਹਿੰਦੇ ਹਨ। ਮਸਾਂ 15-20 ਮਿੰਟਾਂ ਦਾ ਸਮਾਂ ਮਿਲਿਆ ਗਿਆਨੀ ਜੀ ਕੋਲ ਬੈਠਣ ਦਾ, ਪਰ ਇਤਨੇ ਵਿੱਚ ਹੀ ਦਿਮਾਗ ਦੀਆਂ ਖਿੱਚਾਂ ਤੇ ਥਕਾਵਟਾਂ ਲਹਿੰਦੀਆਂ ਮਹਿਸੂਸ ਹੋਈਆਂ, ਜਿਵੇਂ ਕਿਸੇ ਬਹੁਤੇ ਹੀ ਸੋਹਣੇ ਪਾਸੇ ਸੈਰ ਲਈ ਨਿਕਲ ਗਏ ਹੋਈਏ। ਕੁਦਰਤ ਦੀ ਬੇਅੰਤਤਾ ਵਿੱਚ ਸਮੇਂ ਵੀ ਬੇਅੰਤ ਹੋ ਗਿਆ ਹੋਵੇ। ਗਿਆਨੀ ਜੀ ਨੇ ਕਿਹਾ, ਨਤਾਸ਼ਾ ਲਈ ਕੁਝ ਲਿਜਾ ਰਹੇ ਹੋ? ਸ਼ਿਵ ਕੁਮਾਰ ਦੇ ਨਵੇਂ ਕਾਵ ਸੰਗ੍ਰਹਿ ਆਟੇ ਦੀਆਂ ਚਿੜੀਆਂ ਦੀ ਇੱਕ ਕਾਪੀ। ਮੈਂ ਅੱਜ ਰਣਜੀਤ ਸਿੰਘ ਕੋਲ ਮੇਰਾ ਪਿੰਡ ਦੇ ਨਵੇਂ ਐਡੀਸ਼ਨ ਦੀ ਇੱਕ ਕਾਪੀ ਛੱਡ ਆਇਆ।
ਮੇਰੀ ਇੱਛਾ ਹੈ ਤੁਸੀਂ ਉਹ ਵੀ ਉਹਦੇ ਲਈ ਲੈ ਜਾਓ। ਰਣਜੀਤ ਨੂੰ ਮੈਂ ਹੋਰ ਕਾਪੀ ਮੰਗਵਾ ਦਿਆਂਗਾ। ਫਿਰ ਰਣਜੀਤ ਦੇ ਘਰ ਚਲੀਏ, ਜੇ ਥੋੜ੍ਹਾ ਵਕਤ ਕੱਢ ਸਕੋ ਤੇ। ਅਤੇ ਮੋਟਰ ਵਿੱਚ ਬਹਿ ਕੇ ਅਸੀਂ ਖਾਰ ਰਵਾਨਾ ਹੋ ਗਏ ਸਾਂ। ਰਾਤ ਦੇ 11 ਵੱਜ ਚੁੱਕੇ ਸਨ ਜਦੋਂ ਸਾਮਾਨ ਬਣਨਾ ਸ਼ੁਰੂ ਕੀਤਾ। ਨਤਾਸ਼ਾ ਲਈ ਇੱਕ ਦੀ ਥਾਂ 2 ਕਿਤਾਬਾਂ ਹੋ ਗਈਆਂ, ਇਸ ਗੱਲ ਦੀ ਤਸੱਲੀ ਸੀ। ਹੋਰ ਕਿਸੇ ਮਿੱਤਰ ਲਈ ਕੋਈ ਸੁਗਾਤ ਖਰੀਦਣ ਦਾ ਵਕਤ ਹੀ ਨਹੀਂ ਸੀ ਮਿਲਿਆ। ਸਟੂਡੀਓ ਤੋਂ ਆਉਂਦਿਆਂ ਦੁਕਾਨਾਂ ਤੋਂ 5-7 ਛੋਟੇ-ਛੋਟੇ ਪੈਕਟਾਂ ਚਾਹ ਦੇ ਅਤੇ ਕੁਝ ਟਿੱਕੀਆਂ ਸੰਦਲੀਆਂ ਖੁਸ਼ਬੂ ਵਾਲੇ ਸਾਬਣ ਦੀਆਂ ਖਰੀਦ ਲਈਆਂ ਸਨ। ਹੋਰ ਕੁਝ ਨਹੀਂ ਤਾਂ ਇਹੋ ਸਹੀ। 2 ਡੱਬੇ ਮਠਿਆਈਆਂ ਤੇ ਤੋਸ਼ ਨੇ ਬੰਨ੍ਹ ਦਿੱਤੇ। ਪਰੀਕਸ਼ਤ ਲਈ ਇੱਕ ਅਚਾਰ ਦਾ ਡੱਬਾ। ਮੇਰੀ ਵਿਦੇਸ਼ ਯਾਤਰਾ ਸਦਾ ਹਫੜਾ ਤਫੜੀਆਂ ਵਿੱਚ ਆਰੰਭ ਹੁੰਦੀ ਹੈ। ਸਭ ਥੁੜਾਂ ਅਗਲੇ ਬੰਨੇ ਪੁੱਜ ਕੇ ਹੀ ਚੇਤੇ ਆਉਂਦੀਆਂ ਸਨ। ਸਵੇਰੇ ਫੇਰ ਤੋਸ਼ ਨੇ ਸਤਵੰਤੀ ਸਹਿਜ ਦਾ ਸਬੂਤ ਪੇਸ਼ ਕੀਤਾ। ਖਾਣ ਵਾਲੀ ਮੇਜ਼ 'ਤੇ ਫੁੱਲਾਂ ਦਾ ਸਜਰਾ ਗੁਲਦਸਤਾ ਪਿਆ ਹੋਇਆ ਸੀ। ਪਤਾ ਨਹੀਂ ਕਦੋਂ ਉਹਨੇ ਮੰਗਾਇਆ ਅਤੇ ਹੁਣ ਤੀਕ ਕਿੱਥੇ ਲੁਕਾ ਕੇ ਰੱਖਿਆ। ਹਾਂਡੀ ਭਰੀ ਹੋਈ ਰਸਗੁੱਲਿਆਂ ਦੀ, ਅਤੇ ਉਹਨਾਂ ਤੋਂ ਵੀ ਮਿੱਠੇ ਸਨ ਉਹ ਸ਼ਬਦ ਜੋ ਉਸਦੇ ਮੂੰਹੋਂ ਨਿਕਲੇ। ਅੱਜ ਬੜਾ ਮੁਬਾਰਕ ਦਿਨ ਹੈ। ਇੱਕ ਦੀਵਾਲੀ, ਦੂਜਾ ਸ਼ਬਨਮ ਦਾ ਜਨਮ ਦਿਨ, ਤੀਜਾ ਕੁਝ ਘੰਟਿਆਂ ਅੰਦਰ ਪਰੀਕਸ਼ਤ ਨੂੰ ਜਾ ਮਿਲੋਗੇ। ਸ਼ਾਲਾ ਤੁਹਾਡਾ ਸਫ਼ਰ ਵੀ ਹਰ ਤਰ੍ਹਾਂ ਨਾਲ ਸੁਖਾਲਾ ਤੇ ਸਫਲ ਹੋਵੇ। ਦਿਨ ਹਾਲੇ ਨਹੀਂ ਸੀ ਚੜ੍ਹਿਆ। ਸ਼ਬਨਮ ਅਤੇ ਮਾਤਾ ਜੀ ਦੋਵੇਂ ਘੂਕ ਸੁੱਤੇ ਪਏ ਸਨ। ਉਹਨਾਂ ਦੇ ਹਿੱਸੇ ਦਾ ਪਿਆਰ ਵੀ ਮੈਂ ਤੋਸ਼ ਦੇ ਹਵਾਲੇ ਕੀਤਾ। ਮਿੱਤਰਾਂ ਕਰਕੇ ਉਸਨੂੰ ਮਨਾ ਲਿਆ ਕਿ ਹਵਾਈ ਅੱਡੇ ਨਾ ਆਏ। ਕਸਟਮ ਵਿੱਚ ਵੜਦਿਆਂ ਸਾਰ ਉਹ ਮੈਥੋਂ ਅਲੱਗ ਹੋ ਜਾਏਗੀ। ਜਹਾਜ਼ ਟੁਰਨ ਤੀਕਰ ਜਿਤਨੀ ਦੇਰ ਉਹਨੂੰ ਦੂਰ ਖੜਾ ਵੇਖਦਾ ਰਹਾਂਗਾ, ਮੈਨੂੰ ਨਦਾਮਤ ਹੁੰਦੀ ਰਹੇਗੀ। ਪਿੱਛੇ ਦਾ ਬਿਲਕੁਲ ਫਿਕਰ ਨਾ ਕਰਨਾ, ਸਭ ਠੀਕ ਠਾਕ ਰਹੇਗਾ। ਏਅਰਪੋਰਟ ਪੁੱਜਿਆ ਤਾਂ ਵੇਖਿਆ ਇਸਕਸ ਦੇ ਕੁਝ ਹੋਰ ਵਰਕਰਾਂ ਨੂੰ ਨਾਲ ਲੈ ਕੇ ਦੀਦੀ ਵੀ ਆਈ ਹੋਈ ਸੀ ਅਤੇ ਮੇਰੇ ਸਾਥੀਆਂ ਲਈ ਫੁੱਲਾਂ ਦੇ ਹਾਰ ਲੈ ਕੇ ਖੜੀ ਸੀ। ਇਹਨਾਂ ਵਿੱਚੋਂ ਇੱਕ ਸੀ ਗੋਪਾਲਨ। 30 ਕੁ ਵਰ੍ਹਿਆਂ ਦਾ ਮਲਿਆਲੀ ਗੱਭਰੂ। ਜ਼ਾਰ ਪੀਟਰ ਵਰਗੀਆਂ ਮੁੱਛਾਂ ਸਨ ਉਸਦੀਆਂ ਅਤੇ ਉਸ ਵਰਗਾ ਹਸਮੁਖ ਚਿਹਰਾ। ਇਸਕਸ ਦੀਆਂ ਮੀਟਿੰਗਾਂ ਅਤੇ ਸੋਵੀਅਤ ਕੌਂਸੂਲੇਟ ਦੀਆਂ ਪਾਰਟੀਆਂ ਵਿੱਚ ਮੈਂ ਅਕਸਰ ਉਸਨੂੰ ਵੇਖਦਾ ਹੁੰਦਾ ਸਾਂ, ਪਰ ਜ਼ਾਤੀ ਤੌਰ 'ਤੇ ਉਸਨੂੰ ਬਹੁਤਾ ਨਹੀਂ ਸਾਂ ਜਾਣਦਾ। ਇਸਕਸ ਦੇ ਤ੍ਰਿਮਾਸਕ ਰਸਾਲੇ ਐਮਿਟੀ ਦਾ ਉਹ ਸੰਪਾਦਕ ਸੀ। ਮੈਂ 1-2 ਅੰਕ ਵੇਖੇ ਹੋਏ ਸਨ ਇਸ ਰਸਾਲੇ ਦੇ, ਪਰ ਬਹੁਤਾ ਪ੍ਰਭਾਵਿਤ ਨਹੀਂ ਸਾਂ ਹੋਇਆ। ਅੰਗਰੇਜ਼ੀ ਵਿੱਚ ਛਾਪਣ ਵਾਲੇ ਹਿੰਦੁਸਤਾਨੀ ਰਸਾਲਿਆਂ ਨੂੰ ਹੁਣ ਮੈਂ ਸਮੇਂ ਅਤੇ ਧਨ ਦਾ ਵਿਨਾਸ਼ ਹੀ ਸਮਝਣ ਲੱਗ ਪਿਆ ਹਾਂ। ਦਿਖਾਵਾ ਉਹਨਾਂ ਦਾ ਬੇਸ਼ੱਕ ਬਹੁਤ ਹੁੰਦਾ ਹੈ, ਪਰ ਪੜ੍ਹਦਾ ਉਹਨਾਂ ਨੂੰ ਕੋਈ ਨਹੀਂ। ਲਿਖਣ ਵਾਲੇ ਵੀ ਕੇਵਲ ਆਪਣੇ ਲੇਖ ਨੂੰ ਪੜ੍ਹਨ ਦੇ ਕਾਬਲ ਸਮਝਦੇ ਹਨ। ਪਰ ਸਵਾਲ ਉੱਠਦਾ ਹੈ, ਅੰਗਰੇਜ਼ੀ ਨੂੰ ਛੱਡ ਕੇ ਐਮਿਟੀ ਛਪੇ ਵੀ ਫਿਰ ਕਿਸ ਜ਼ਬਾਨ ਵਿੱਚ? ਸਾਡੇ ਦੇਸ਼ ਦੇ ਮੌਜੂਦਾ ਦੌਰ ਦੀ ਵਿਸ਼ੇਸ਼ਤਾ ਇਹ ਹੈ ਕਿ ਕਿਸੇ ਸਵਾਲ ਦਾ ਸਾਡੇ ਕੋਲ ਠੀਕ ਠਾਕ ਜਵਾਬ ਨਹੀਂ। ਦੂਜੇ ਸੱਜਣ ਹਨ ਡਾਕਟਰ ਦਾਤਾਰ। ਇਹਨਾਂ ਨਾਲ ਅੱਜ ਪਹਿਲੀ ਵਾਰੀ ਤਰਾਫ ਹੋਇਆ। ਸਿਤਾਰਾ ਜ਼ਿਲ੍ਹੇ ਦੇ ਕਾਰਡ ਨਾਮਕ ਸ਼ਹਿਰ ਵਿੱਚ ਪ੍ਰੈਕਟਿਸ ਕਰਦੇ ਹਨ। ਪ੍ਰਬੀਨ ਸਰਜਨ ਹਨ। ਡਾਕਟਰ ਬਾਲੀਗਾ ਦੇ ਸ਼ਾਗਿਰਦ ਰਹਿ ਚੁੱਕੇ ਹਨ। ਭੋਲੀ ਭਾਲੀ ਸੂਰਤ, ਮੁਸਕਾਨ ਵਿੱਚ ਸਾਦਗੀ, ਮਤਾਨਤ। ਚੌੜੇ ਮੱਥੇ ਉੱਪਰ ਐਨਕ ਜਹਾਨਤ ਦੇ ਪ੍ਰਭਾਵ ਨੂੰ ਹੋਰ ਵੀ ਤਿੱਖਾ ਕਰਦੀ ਹੈ। ਉਮਰ 42 ਦੇ ਲਗਭਗ ਹੋਵੇਗੀ। ਇਸ ਆਦਮੀ ਨਾਲ ਚੰਗੀ ਨਿਭ ਜਾਏਗੀ। ਮੇਰੇ ਮਨ ਨੇ ਜਾਇਜ਼ਾ ਲਿਆ। ਡੈਲੀਗੇਸ਼ਨ ਦੇ ਤੀਜੇ ਸਾਥੀ ਗਿਆਨੀ ਜੈਲ ਸਿੰਘ ਦਿੱਲੀ ਜਹਾਜ਼ ਵਿੱਚ ਸਵਾਰ ਹੋਣਗੇ। ਉਹਨਾਂ ਬਾਰੇ ਸੁਣਿਆ ਹੋਇਆ ਸੀ ਕਿ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਹਨ, ਮਨਿਸਟਰ ਅਤੇ ਪਾਰਲੀਮੈਂਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਦੀਦੀ ਨੇ ਵਾਰੀ-ਵਾਰੀ ਅਸਾਂ ਤਿੰਨਾਂ ਨੂੰ ਹਾਰ ਪਾਏ, ਇੰਜ ਜਿਵੇਂ ਕੋਈ ਭੈਣ ਆਪਣੇ ਵੀਰਾਂ ਨੂੰ ਰਾਖੀ ਬੰਨ੍ਹ ਰਹੀ ਹੋਵੇ। ਦੀਦੀ ਵੇਖਣ ਵਿੱਚ ਸਾਧਾਰਨ ਹੈ। ਉਮਰ ਵੀ ਜਵਾਨੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ, ਪਰ ਉਸਦੇ ਸਵੈਮਾਨ ਨੇ ਇਸ ਵੇਲੇ ਉਸਨੂੰ ਅਜੀਬ ਸੋਹਣਾਪਣ ਪ੍ਰਦਾਨ ਕਰ ਦਿੱਤਾ ਸੀ। ਸਾਡੇ ਡੈਲੀਗੇਸ਼ਨ ਨੂੰ ਤੋਰਨ ਦੇ ਕਾਬਿਲ ਹੋਣ ਲਈ ਕਿਤਨੀਆਂ ਅੰਥਕ ਮਿਹਨਤਾਂ ਕੀਤੀਆਂ ਹੋਣਗੀਆਂ, ਬਿਆਨ ਤੋਂ ਬਾਹਰ ਦੀ ਗੱਲ ਹੈ। ਜੇ ਇਸ ਵੇਲੇ ਉਹ ਏਅਰਪੋਰਟ ਨਾ ਆਉਂਦੀ ਤਾਂ ਅਸਾਂ ਜ਼ਰਾ ਵੀ ਬੁਰਾ ਨਹੀਂ ਸੀ ਮੰਨਣਾ, ਸਗੋਂ ਅਸਾਂ ਖੁਸ਼ ਹੋਣਾ ਸੀ ਜੇ ਇਹ ਫਰਜ਼ ਉਹ ਦੂਜੇ ਸਾਥੀਆਂ ਦੇ ਮੋਢਿਆਂ 'ਤੇ ਪਾ ਛੱਡਦੀ। ਪਰ ਉਹ ਜਾਣਦੀ ਸੀ ਕਿ ਇੰਜ
ਉਸ ਦੀ ਕਿਰਤ ਮਨੁੱਖੀ ਭਾਵਨਾ ਦੇ ਨਿੱਘ ਤੋਂ ਵਾਂਝੀ ਰਹਿ ਜਾਏਗੀ। ਪ੍ਰਤੀਕਿਰਿਆ ਦੇ ਰੂਪ ਮੇਰੇ ਮਨ ਵਿੱਚ ਵੀ ਚੰਗੇ ਚੰਗੇ ਵਿਚਾਰ ਉੱਠ ਪਏ। ਮੈਂ ਹਰ ਤਰ੍ਹਾਂ ਨਾਲ ਇਸ ਯਾਤਰਾ ਨੂੰ ਸਫਲ ਅਤੇ ਉਪਯੋਗੀ ਬਣਾਉਣ ਦਾ ਆਪਣੇ ਆਪ ਨਾਲ ਪ੍ਰਣ ਕੀਤਾ। ਸੋਵੀਅਤ ਵਾਈਸ ਕਾਉਂਸਲਰ ਮਿਸਟਰ ਬੋਨੀ, ਇੱਕ ਵਿਨੋਦੀ ਅਤੇ ਹਾਜ਼ਰ ਜਵਾਬੀ ਨਵ ਯੁਵਕ ਵੀ ਆਏ ਹੋਏ ਹਨ। ਹਿੰਦੀ ਉਰਦੂ ਬਹੁਤ ਸੋਹਣੀ ਬੋਲਦੇ ਹਨ। ਇਸ ਕਾਰਨ ਜਲਸਿਆਂ ਵਿੱਚ ਉਹਨਾਂ ਦੀ ਧਾਕ ਫੌਰਨ ਬੈਠ ਜਾਂਦੀ ਹੈ। ਅੱਜ ਤੁਹਾਨੂੰ ਇੱਕ ਦੀ ਥਾਂ 2 ਲੰਚ ਖਾਣੇ ਪੈਣਗੇ ਮਿਸਟਰ ਸਾਨੀ, ਬੋਨੀ ਨੇ ਹੱਸ ਕੇ ਕਿਹਾ। ਉਹ ਕਿਵੇਂ? ਇੱਕ ਤਾਂ ਹਵਾਈ ਜਹਾਜ਼ ਵਿੱਚ, ਕਿਉਂਕਿ ਹਿੰਦੁਸਤਾਨੀ ਘੜੀਆਂ ਅਨੁਸਾਰ ਤੁਸੀਂ ਦੁਪਹਿਰ 2:30 ਵਜੇ ਮਾਸਕੋ ਪਹੁੰਚੋਗੇ, ਪਰ ਮਾਸਕੋ ਵਿੱਚ ਉਸ ਵੇਲੇ ਸਿਰਫ 11:30 ਵਜੇ ਹੋਣਗੇ। ਤੁਹਾਡਾ ਕੀ ਖਿਆਲ ਹੈ ਮੇਜ਼ਬਾਨ ਤੁਹਾਨੂੰ ਲੰਚ ਖਵਾਏ ਬਿਨਾਂ ਛੱਡ ਦੇਣ? ਸਾਰੇ ਹੱਸ ਪਏ। ਕੌਂਸਲੇਟ ਦੇ ਆਦਮੀ ਹੋਣ ਕਾਰਨ ਬੋਨੀ ਕਸਟਮ ਵਿੱਚ ਵੀ ਸਾਡੇ ਨਾਲ ਰਹੇ ਅਤੇ ਜਹਾਜ਼ 'ਤੇ ਚੜ੍ਹਨ ਵੇਲੇ ਅਸੀਂ ਕੇਵਲ ਉਸੇ ਇੱਕ ਮਿੱਤਰ ਨਾਲ ਹੱਥ ਮਿਲਾਉਣ ਯੋਗ ਹੋ ਸਕੇ। ਦੀਦੀ ਅਤੇ ਇਸਕਸ ਦੇ ਦੂਜੇ ਸਾਥੀ ਉੱਪਰ ਬਨੇਰੇ 'ਤੇ ਖਲੋਤੇ ਸਾਨੂੰ ਹੱਥ ਹਿਲਾ ਹਿਲਾ ਕੇ ਅਲਵਿਦਾ ਕਹਿ ਰਹੇ ਸਨ। ਅਕਸਮਾਤ ਮੇਰੀ ਨਜ਼ਰ ਦੇਸ਼ ਅੰਦਰ ਟ੍ਰੈਫਿਕ ਵਾਲੇ ਵਿਭਾਗ ਵਿੱਚ ਖੜ੍ਹੇ ਕੁਝ ਬੰਦਿਆਂ ਵੱਲ ਚਲੀ ਗਈ। ਮੈਂ ਵੇਖਿਆ ਕਿ ਉਸ ਜੰਗਲੇ ਪਿੱਛੇ ਤੋਸ਼, ਸ਼ਬਨਮ, ਮੇਰੇ ਧਰਮ ਮਿੱਤਰ ਰਾਜਿੰਦਰ ਭਾਟੀਆ ਅਤੇ ਨਿੱਕਾ ਵੀਰ ਵੇਦ ਆਏ ਖੜ੍ਹੇ ਹਨ ਅਤੇ ਜੋਸ਼ ਨਾਲ ਹੱਥ ਹਿਲਾ ਰਹੇ ਹਨ। ਮੇਰੀ ਹੈਰਾਨਗੀ ਅਤੇ ਖੁਸ਼ੀ ਦਾ ਕੋਈ ਹਿਸਾਬ ਨਾ ਰਿਹਾ ਅਤੇ ਬੇਕਾਬੂ ਜਿਹਾ ਹੋ ਕੇ ਮੈਂ ਭੰਗੜਾ ਪਾਉਣ ਲੱਗ ਪਿਆ ਅਤੇ ਅਜਿਹੇ ਕਾਰਨਾਮੇ ਦੀ ਆਸ ਇੱਕ ਪਬਲਿਕ ਜਗ੍ਹਾ ਵਿੱਚ ਕਿਸੇ ਐਕਟਰ ਤੋਂ ਹੀ ਕੀਤੀ ਜਾ ਸਕਦੀ ਹੈ। ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਅੱਜ ਇੰਨਾ ਹੀ।